ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੀ ਪੰਜਾਬ ਹਰਿਆਣਾ ਹਿਮਾਚਲ ਪੰਜਾਬ ਐਟ 9 ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ। ਕੈਪਟਨ ਅਮਰਿੰਦਰ ਸਿੰਘ ਨੇ SYL ਅਤੇ ਪਰਿਵਾਰ ਖਿਲਾਫ ਹੋ ਰਹੀ ਇਨਕਮ ਟੈਕਸ ਦੀ ਜਾਂਚ ਨੂੰ ਸਿਆਸੀ ਸਾਜ਼ਿਸ਼ ਦੱਸਿਆ ਹੈ। ਕੈਪਟਨ ਦਾ ਦਾਅਵਾ ਹੈ ਕਿ ਸੂਬਾ ਸਰਕਾਰ ਛੇਤੀ ਚੋਣਾਂ ਕਰਵਾ ਕੇ ਇਹਨਾਂ ਦੋਵਾਂ ਮੁੱਦਿਆਂ ਨੂੰ ਕੈਸ਼ ਕਰਨਾ ਚਾਹੁੰਦੀ ਹੈ। मेरा ख्याल वो इसको इशू बनाएगा किसी तरीके से, he will then use it to resign and he will call for quick elections। ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਪੰਜਾਬ ਵਿੱਚ ਮੁੜ ਤੋਂ ਜਲਦ ਚੋਣਾਂ ਕਰਵਾਉਣ ਨੂੰ ਲੈ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਅਕਾਲੀ BJP SYL ਮੁੱਦੇ ਤੇ ਸਿਆਸਤ ਕਰ ਰਹੀ ਹੈ ਤੇ ਇਸ ਨੂੰ ਕੈਸ਼ ਕਰਨ ਦੇ ਲਈ ਉਹ ਪਹਿਲਾਂ ਚੋਣਾਂ ਕਰਵਾਉਣ ਦੀ ਤਿਆਰੀ 'ਚ। ਉਧਰ ਅਕਾਲੀ ਦਲ ਨੇ ਕੈਪਟਨ ਨੂੰ ਨਸੀਹਤ ਦਿੱਤੀ ਹੈ ਕਿ ਉਹ ਇਸ ਮੁੱਦੇ ਤੇ ਸਿਆਸਤ ਕਰਨ ਦੀ ਥਾਂ ਸੂਬਾ ਸਰਕਾਰ ਦੇ ਨਾਲ ਖੜੇ ਹੋਣ। He will then use it to resign and he will call for quick elections। that is my views of the man, because मैं उन्हें जानता है 5 साल तक मैं उसका साथी रहा। when he was our party president I was the leader of the assembly। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੈ ਕਿ ਪਾਣੀ ਦੇ ਬਦਲੇ 'ਚ ਮੇਰੀ ਜਾਨ ਵੀ ਚਲ ਜੇ, ਮੇਰੀ ਕੁਰਸੀ ਚਲ ਜੇ, ਮੈਂ ਕੋਈ ਕੁਰਬਾਨੀ ਦੇ ਦੇਵਾਂ, ਮੈਂ ਜੇਲ੍ਹ ਚਲ ਜਾਵਾਂ, ਮੈਂ ਪਾਣੀ ਨਹੀਂ ਜਾਣ ਦੇਣਾ। ਇੱਕ ਪਾਸੇ ਲੋਕ ਇਹਨੂੰ ਵੀ ਜੇ ਗੱਲ ਕਹਿਣ ਕਿ ਇਹ ਇੱਕ ਮਤਲਬ ਹੀ ਹੈ ਜਾਂ ਕੋਈ ਐਵੇਂ ਚਾਲ ਖੇਡੀ ਹੈ, ਫਿਰ ਤੇ ਬੜਾ ਦੁੱਖ ਹੈ ਕਿ ਇਹਨਾਂ ਲੋਕਾਂ ਦੀ ਸੋਚ ਕਿੱਥੇ ਟਿਕੀ। ਸਿਰਫ ਇੰਨਾ ਹੀ ਨਹੀਂ, ਕੈਪਟਨ ਨੇ ਇਨਕਮ ਟੈਕਸ ਮਹਿਕਮੇ ਵੱਲੋਂ ਸਵਿਸ ਬੈਂਕ ਖਾਤਿਆਂ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੀ ਟਾਈਮਿੰਗ ਤੇ ਸਵਾਲ ਕੀਤਾ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦੇ ਪਿੱਛੇ ਕੇਂਦਰ ਅਤੇ ਸੂਬਾ ਸਰਕਾਰ ਦੀ ਸਾਜ਼ਿਸ਼ ਨਜ਼ਰ ਆ ਰਹੀ ਹੈ। ਕੈਪਟਨ ਮੁਤਾਬਕ ਜਲਦ ਚੋਣਾਂ ਕਰਵਾਉਣ ਦੀ ਫਿਰਾਕ ਵਿੱਚ ਅਕਾਲੀ ਦਲ ਉਹਨਾਂ ਦਾ ਅਕਸ ਖਰਾਬ ਕਰਨਾ ਚਾਹੁੰਦੀ ਹੈ। ਉਧਰ ਕੈਪਟਨ ਦੀ ਆਪਣੀ ਹੀ ਪਾਰਟੀ ਦੇ ਆਗੂ ਜਗਮੀਤ ਬਰਾੜ ਨਸੀਹਤ ਦੇ ਰਹੇ ਨੇ ਕਿ ਕੈਪਟਨ ਵਿਰੋਧੀ ਧਿਰ ਤੇ ਸਵਾਲ ਚੁੱਕਣ ਦੀ ਬਜਾਏ ਜਵਾਬ ਦੇਣ। ਉਧਰ ਆਮ ਆਦਮੀ ਪਾਰਟੀ ਨੇ ਇੱਕ ਵਾਰ ਮੁੜ ਤੋਂ ਕੈਪਟਨ ਨੂੰ ਇਸ ਮੁੱਦੇ ਤੇ ਘੇਰਿਆ। Look at the timings, they want it in July in the hope that by July they will go for a midterm poll, maybe announce it at least for August, September, October, whenever they want to wish to। ਉਹ ਇਹ ਕਹਿ ਰਹੇ ਕਿ UPA ਵੇਲੇ ਦੀ ਕਾਰਵਾਈ ਚੱਲ ਰਹੀ ਹੈ 2011 ਦੀ, ਇਹ ਕਾਰਵਾਈ ਅਸੀਂ ਨਹੀਂ ਕੀਤੀ ਹੈ। ਇਸ ਕਰਕੇ ਕੇਵਲ ਤੇ ਕੇਵਲ ਇਹ ਇਲਜ਼ਾਮ ਆਪਦੇ ਵਿਰੋਧੀ ਤੇ ਲਾਉਣ ਨਾਲ ਕਿ ਜੀ ਮੈਂ ਜਿਨ੍ਹਾਂ ਨੂੰ ਚੋਣ ਹਰਾਈ ਹੈ ਉਹ ਮੈਨੂੰ ਮੇਰਾ ਨਾਮ ਵਰਤ ਰਹੇ ਹੈ, ਮੈਂ ਸਮਝਦਾ ਇਹ ਕੋਈ ਦਲੀਲ नहीं है। दलील ਤੁਹਾਨੂੰ ਦੇਣੀ पड़ेगी अंकड़िया मुताबिक। अब इनका नेता कैप्टन अमरिंदर भी नहीं बचा है पंजाब के अंदर, जो जिसके लड़के का नाम स्विस बैंक के अकाउंट में आया, खुद उनके लड़के के ससुर का नाम आया, खुद कैप्टन अमरिंदर का नाम आया, परनीत कौर का नाम आया। तो ये जो भ्रष्टाचार के मामले आए हैं, इससे पंजाब की जनता निराश हुई है। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਵਿਸ ਬੈਂਕ ਦੇ ਖਾਤਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਸੀ। ਉਸ ਵਕਤ ਤੱਕ ਕੈਪਟਨ ਲੋਕ ਸਭਾ ਚੋਣਾਂ ਜਿੱਤ ਗਏ, ਪਰ ਕੈਪਟਨ ਨੂੰ ਪਤਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਇਸ ਮੁੱਦੇ ਤੇ ਉਹਨਾਂ ਨੂੰ ਘੇਰਨ 'ਚ ਕੋਈ ਕਸਰ ਨਹੀਂ ਛੱਡੇਗੀ। ਲਿਹਾਜ਼ਾ ਕੈਪਟਨ ਬਚਾਅ ਤੋਂ ਵੱਧ ਅਟੈਕਿੰਗ ਮੂਡ ਵਿੱਚ ਨੇ। ਇਨਕਮ ਟੈਕਸ ਦੇ ਨੋਟਿਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਨੂੰ ਲੈ ਕੇ ਆਪਣੇ ਆਪ ਨੂੰ ਸਿਆਸੀ ਸਾਜ਼ਿਸ਼ ਦਾ ਸ਼ਿਕਾਰ ਦੱਸ ਰਹੇ ਨੇ। ਚੰਡੀਗੜ੍ਹ ਤੋਂ ਪੁਨੀਤ ਪਰਿੰਜਾ ਦੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਹੁਣ ਗੱਲ ਕਰਦੇ ਹਾਂ ਜੇ ਕਾਂਗਰਸੀ ਆਗੂ ਦੀ ਜੋ ਹਮੇਸ਼ਾ ਆਪਣੇ ਬਿਆਨਾਂ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਗੱਲ ਕਰ ਰਹੇ ਹਾਂ ਜਗਮੀਤ ਬਰਾੜ ਦੀ, ਜਿਨ੍ਹਾਂ ਨੇ ਇੱਕ ਵਾਰ ਮੁੜ ਤੋਂ ਬਗਾਵਤੀ ਤੇਵਰ ਅਖਤਿਆਰ ਕਰ ਲਏ ਨੇ। ਬਰਾੜ ਨੇ ਕਾਂਗਰਸ ਨੂੰ ਰੇਸ ਵਿੱਚ ਨੰਬਰ 3 ਦੱਸਦੇ ਹੋਏ ਕੈਪਟਨ ਦੀ ਲੀਡਰਸ਼ਿਪ ਤੇ ਸਵਾਲ ਚੁੱਕਿਆ ਹੈ। ਉਧਰ ਕੈਪਟਨ ਨੇ ਜਗਮੀਤ ਬਰਾੜ ਦੇ ਬਿਆਨ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। 2017 ਦੀ ਰੇਸ ਵਿੱਚ ਕੌਣ ਰਹੇਗਾ ਨੰਬਰ 1 ਅਤੇ ਕੌਣ ਨੰਬਰ 2 ਅਤੇ ਤੀਜੇ ਨੰਬਰ ਤੇ ਕੌਣ ਰਹੇਗਾ, ਇਸ ਦੀ ਰੇਸ ਤਾਂ ਸਿਆਸੀ ਪਾਰਟੀਆਂ 'ਚ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਪਰ ਕਾਂਗਰਸ ਦੀ ਆਪਣੀ ਹੀ ਪਾਰਟੀ ਦੇ ਆਗੂ ਜਗਮੀਤ ਬਰਾੜ ਕਾਂਗਰਸ ਨੂੰ ਇਸ ਰੇਸ ਵਿੱਚ ਨੰਬਰ 3 ਦੱਸ ਰਹੇ ਨੇ। ਸਿਰਫ ਇੰਨਾ ਹੀ ਨਹੀਂ, ਜਗਮੀਤ ਬਰਾੜ ਨੇ ਇੱਕ ਕਦਮ ਹੋਰ ਅੱਗੇ ਵਧਦੇ ਹੋਏ SYL ਦੇ ਮੁੱਦੇ ਤੇ ਸੂਬਾ ਸਰਕਾਰ, ਖਾਸ ਕਰਕੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੰਮ ਕੇ ਤਾਰੀਫ ਵੀ ਕੀਤੀ। ਪਹਿਲਾ ਨੰਬਰ 2 ਸੀ ਕਾਂਗਰਸ, ਲੇਕਿਨ ਇਹਨਾਂ 15 ਦਿਨਾਂ ਦੇ ਵਿੱਚ ਅਕਾਲੀ ਦਲ ਨੇ ਜਿਸ ਪ੍ਰਕਾਰ ਆਪਣੀ ਗੇਮ ਖੇਡੀ ਹੈ ਪੋਲੀਟੀਕਲ, ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਮੈਂ ਕਿਹਾ ਵਰਕ ਦੇ ਲਿਹਾਜ਼ ਨਾਲ ਪੰਜਾਬ 'ਚ ਲੀਡ ਕਰ ਰਹੀ ਹੈ। ਅਗਰ ਕੰਮ ਦੇ ਲਿਹਾਜ਼ ਨਾਲ ਲੋਕਾਂ ਨੇ ਆਊਟਪੁੱਟ ਦਿੱਤਾ ਤਾਂ ਨੈਚੁਰਲੀ ਉਹਨਾਂ ਦੇ ਹੱਕ 'ਚ ਫਤਵਾ ਜਾਣਾ। ਇਹ ਮੰਨਣਾ ਪਏਗਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਪ੍ਰਦੇਸ਼ ਦੇ ਔਰ ਦੇਸ਼ ਦੀ ਸਿਆਸਤ ਦੇ ਸਭ ਤੋਂ ਕਾਰਡ ਲੀਡਰ ਹੈ। ਇਹ ਉਹਨਾਂ ਦਾ ਮਾਸਟਰ ਕਾਰਡ ਹੈ ਜਿਹੜਾ ਉਹਨਾਂ ਨੇ ਇਸ ਵੇਲੇ ਡੀਨੋਟੀਫਾਈ ਲੈਂਡ ਕਰਕੇ ਔਰ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਵਾਪਸ ਮਿਲੇ। ਜਗਮੀਤ ਬਰਾੜ ਨੇ ਕਾਂਗਰਸ ਨੂੰ ਨੰਬਰ 3 ਦੱਸ ਕੇ ਪਾਰਟੀ ਦੇ ਕੱਟ ਕੈਪਟਨ ਤੇ ਜ਼ਿਆਦਾ ਨਿਸ਼ਾਨਾ ਲਾਇਆ। ਉਧਰ ਜਗਮੀਤ ਬਰਾੜ ਦੇ ਇਸ ਬਿਆਨ ਤੇ ਆਮ ਆਦਮੀ ਪਾर्टी हमायत कर रही है तो कैप्टन जगमीत बराड़ के बयान में ज़्यादा तवज्जो नहीं दे रहे। देखिए, एज फार एज जगमीत बराड़ इज कंसर्न, मैं पहले भी आपको कहा है कि मेरे से बयान मत दिया करो। आई डोंट स्पीक ऑन जगमीत बराड़। जगमीत बराड़ कभी कुछ बोलता है, कभी कुछ बोलता है, सो बेटर नॉट टू स्पीक।
वो लंबे समय से कांग्रेस में है, वहाँ की सच्चाइयों को अच्छी तरह से समझते हैं और धन्यवाद है उनको कि वो कांग्रेस को आगाह कर रहे हैं, बता रहे हैं उसकी हालत कि वो तीसरे पे पहुंच गई है। ਜਗਮੀਤ ਬਰਾੜ ਦੇ ਇਸ ਬਿਆਨ ਦੇ ਕਈ ਸਿਆਸੀ ਮਾਇਨੇ ਨੇ। ਇੱਕ ਪਾਸੇ ਜਗਮੀਤ ਬਰਾੜ ਕੈਪਟਨ ਤੇ ਹਮਲਾ ਕਰ ਰਹੇ ਨੇ ਤਾਂ ਦੂਜੇ ਪਾਸੇ ਉਹ ਆਪ ਅਤੇ ਅਕਾਲੀ ਦਲ ਦੋਵਾਂ ਦੀ ਤਾਰੀਫ ਕਰਦੇ ਹੋਏ ਕਿਧਰੇ ਨਾ ਕਿਧਰੇ ਆਪਣੇ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਪੁਨੀਤ ਪ੍ਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਅੱਗੇ ਵਧਦੇ ਹਾਂ, ਪੰਜਾਬ ਵਿਧਾਨ ਸਭਾ 'ਚ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲੇ ਤੇ ਰੋਕ ਲਗਾਉਣ ਲਈ ਪਾਸ ਕੀਤੇ ਗਏ ਬਿੱਲ ਤੇ ਸਿਆਸਤ ਭੱਗ ਗਈ ਹੈ। ਵਿਰੋਧੀ ਧਿਰ ਨੇ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਮਾਮਲੇ 'ਚ ਵੀ ਇੱਕ ਸਮਾਨ ਸਜ਼ਾ ਦੀ ਮੰਗ ਕੀਤੀ ਹੈ। ਸੂਬੇ 'ਚੋਂ ਲਗਾਤਾਰ ਸਾਹਮਣੇ ਆ ਰਹੇ ਬੇਅਦਬੀ ਮਾਮਲੇ ਅਤੇ ਇਸ ਤੋਂ ਬਾਅਦ ਭਖਣ ਵਾਲੇ ਹਾਲਾਤਾਂ ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ, ਜਿਸ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸੇ ਪਵਿੱਤਰ ਵਸਤੂ ਨੂੰ ਕਿਸੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਨਸ਼ਟ ਕਰਨ ਜਾਂ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਤਹਿਤ 10 ਸਾਲ ਦੀ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਇਹਨਾਂ ਜੁਰਮਾਂ ਤਹਿਤ ਪਹਿਲਾਂ 2 ਸਾਲ ਤੱਕ ਕੈਦ ਦਾ ਹੀ ਪ੍ਰਬੰਧ ਸੀ। ਕਾਂਗਰਸ ਨੇ ਬਾਕੀ ਧਰਮਾਂ ਦੇ ਗ੍ਰੰਥਾਂ ਲਈ ਵੀ ਅਜਿਹੀ ਸਜ਼ਾ ਦਾ ਸੋਧ ਪੇਸ਼ ਕੀਤਾ ਸੀ, ਜਿਸ ਨੂੰ ਵਿਧਾਨ ਸਭਾ 'ਚ ਪ੍ਰਵਾਨ ਨਹੀਂ ਕੀਤਾ ਗਿਆ, ਜਿਸ ਤੇ ਵਿਰੋਧੀ ਧਿਰ ਨੇ ਸੂਬਾ ਸਰਕਾਰ ਨੂੰ ਘੇਰਿਆ ਤਾਂ ਹੁਕਮਰਾਨ ਧਿਰ ਨੇ ਵਿਰੋਧੀ ਧਿਰ ਦੀ ਮਨਸ਼ਾ ਤੇ ਸਵਾਲ ਚੁੱਕੇ। ਉਧਰ ਆਪ ਮੁਤਾਬਕ ਬਿੱਲ ਤਾਂ ਸਹੀ ਹੈ, ਪਰ ਜ਼ਮੀਨੀ ਪੱਧਰ ਤੇ ਵੀ ਇਸ ਦਾ ਅਸਰ ਦਿਖਣਾ ਜ਼ਰੂਰੀ ਹੈ। जो बिल पास हुआ है, हम उसके हक में हैं कि श्री गुरु ग्रंथ साहब जी की अगर बेअदबी होती है तो उसको उम्र कैद होनी चाहिए और हमने उसके समर्थन में वोट दिया है। लेकिन इसके साथ ही हमने ये भी रिक्वेस्ट की थी कि सभी धर्म एक बराबर हैं, लेकिन सरकार ने एक कम्युनल रूप लेकर उसको दूसरे धर्मों का निरादर किया है। चन्नी साहब ने गुरु ग्रंथ साहब महाराज के मुद्दे ते वॉकआउट किया, जो गुरु ग्रंथ साहब महाराज की बेअदबी की है, दरबार साहब ते अटैक है। अज वो साफ मंशा कांग्रेस पार्टी की विधान सभा के अंदर झलकदी। पूरे पंजाब के हालात बने, निश्चित रूप से सख्त कानून की आवश्यकता थी और सख्त कानून लाया गया, ठीक बात है, लेकिन ये सख्त कानून का अनुपालन भी होना चाहिए। ਐਸਜੀਪੀਸੀ ਮੁਖੀ ਨੇ ਵੀ ਬਿੱਲ ਦਾ ਸਵਾਗਤ ਕੀਤਾ ਤੇ ਉਮੀਦ ਜਤਾਈ ਕਿ ਅਜਿਹੇ ਮਾਮਲਿਆਂ ਤੇ ਠੱਲ ਲੱਗੇਗੀ। ਸਿੱਖ ਸੰਗਤ ਮੁਤਾਬਕ ਵੀ ਬਿੱਲ ਤਾਂ ਸ਼ਲਾਘਾਯੋਗ ਹੈ, ਪਰ ਬਿੱਲ ਇਸ ਦਾ ਹੱਲ ਨਹੀਂ ਹੈ। ਇਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਸਾਨੂੰ ਖੁਸ਼ੀ ਹੈ ਕਿ ਅੱਜ ਉਹ ਮੰਗ ਸਾਡੀ ਪੂਰੀ ਹੋਈ ਹੈ ਔਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਨਿਸ਼ਚਿਤ ਕਰਨ ਦਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ। ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ, ਜਿਨ੍ਹਾਂ ਨੇ ਇਹ ਬਹੁਤ ਹੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਕੇ ਜਿੱਥੇ ਉਮਰ ਕੈਦ ਦੀ ਮਤਲਬ ਇਹਦੇ ਵਿੱਚ ਸੂਚਨਾ ਰੱਖੀ ਹੈ, ਤਜਵੀਜ਼ ਰੱਖੀ ਹੈ। ਆਪ ਸਭ ਨੂੰ ਪਤਾ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਬੇਅਦਬੀ ਹੋ ਰਹੀ ਹੈ, ਘੋਰ ਬੇਅਦਬੀ ਹੋ ਰਹੀ ਹੈ। ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਸਵਾਗਤਯੋਗ ਕਦਮ ਹੈ, ਪਰ ਬਾਕੀ ਧਾਰਮਿਕ ਗ੍ਰੰਥਾਂ ਦੇ ਮਾਮਲੇ 'ਚ ਘੱਟ ਸਜ਼ਾ ਦੀ ਤਜਵੀਜ਼ ਦੇਣਾ ਸਵਾਲ ਖੜੇ ਕਰਦਾ ਹੈ, ਕਿਉਂਕਿ ਬਾਕੀ ਗ੍ਰੰਥਾਂ ਦੀ ਬੇਅਦਬੀ ਦੇ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਅੱਗੇ ਵਧਦੇ ਹਾਂ, ਪੰਜਾਬ ਵਿਧਾਨ ਸਭਾ ਤੋਂ ਕਿਸਾਨਾਂ ਲਈ ਚੰਗੀ ਖਬਰ ਆਈ। ਕਿਸਾਨੀ ਕਰਜ਼ੇ ਸੰਬੰਧੀ ਬਿੱਲ ਵਿਧਾਨ ਸਭਾ 'ਚ ਪਾਸ ਹੋ ਗਿਆ। ਇਸ ਬਿੱਲ ਤੇ ਜਿੱਥੇ ਹਾਕਮ ਧਿਰ ਨੇ ਆਪਣੀ ਪਿੱਠ ਥਪਥਪਾਈ ਤਾਂ ਕਾਂਗਰਸ ਦੇ 2 ਮਤ ਇਸ ਬਿੱਲ ਤੇ ਸਾਹਮਣੇ ਆਏ ਨੇ। ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਆਖਰੀ ਦਿਨ ਕਿਸਾਨਾਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ। ਕੈਬਨਿਟ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਖੇਤੀਬਾੜੀ ਕਰਜ਼ ਨਿਬੇੜਾ ਬਿੱਲ 2016 ਵਿਧਾਨ ਸਭਾ 'ਚ ਵੀ ਪਾਸ ਹੋ ਗਿਆ। ਗੈਰ ਸੰਸਥਾਗਤ ਖੇਤੀਬਾੜੀ ਕਰਜ਼ਿਆਂ ਦੇ ਨਿਰਧਾਰਨ ਤੇ ਨਿਬੇੜੇ ਵਾਲੇ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਹਾਕਮ ਧਿਰ ਨੂੰ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ। ਹਾਲਾਂਕਿ ਵਿਰੋਧੀ ਧਿਰਾਂ ਦੇ ਇਸ ਬਿੱਲ ਨੂੰ ਲੈ ਕੇ ਇਤਰਾਜ਼ ਜ਼ਰੂਰ ਸਨ, ਪਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਜ਼ਰ 'ਚ ਇਹ ਬਿੱਲ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਵੇਗਾ। उसमें एक बोर्ड बनेगा जिसमें स्टेट लेवल में रिटायर्ड हाई कोर्ट का जज होगा और 2 एमिनेंट होगा। स्टेट डिस्ट्रिक्ट लेवल में भी बनेगा जिसमें एडिशनल सेशन जज या सेशन जज रिटायर्ड होगा। उसमें एक फार्मर का नुमाइंदा होगा काटते हुए, तो एक फोरम हो गया जो कोई गलत करूँगा ठीक हो जाएगा। उधर पंजाब कांग्रेस इस बिल ਨੂੰ ਲੈ ਕੇ ਇੱਕਮਤ ਨਜ਼ਰ ਨਹੀਂ ਆ ਰਹੀ। ਇੱਕ ਪਾਸੇ ਜਿੱਥੇ ਸੀਨੀਅਰ ਆਗੂ ਸੁਨੀਲ ਜਾਖੜ ਦੀ ਦਲੀਲ ਹੈ ਕਿ ਇਸ ਬਿੱਲ ਨਾਲ ਕਿਸਾਨਾਂ ਦਾ ਕੁਝ ਨਹੀਂ ਸਵਰਨ ਵਾਲਾ, ਤਾਂ ਉੱਥੇ ਹੀ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਿੱਲ ਦਾ ਸਵਾਗਤ ਕਰਦਿਆਂ ਕਿਹਾ ਕਿ ਬਿੱਲ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ ਹੈ। ਦੇਖੋ, ਕਿਸਾਨਾਂ ਦੇ ਨਾਲ ਉਹਨਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲਾ ਕੰਮ ਕਰ ਰਹੇ। ਇੱਕ ਬੜਾ ਗਿਣੋਣਾ ਮਜ਼ਾਕ ਕੀਤਾ ਗਿਆ। ਕਿਸਾਨਾਂ ਨੂੰ ਬਹੁਤ ਸਾਰੇ ਵਾਅਦੇ ਕੀਤੇ ਗਏ ਸੀਗੇ, ਪਰ ਕੋਈ ਵੀ ਮੁੱਦਾ ਕਿਸਾਨੀ ਦਾ ਇਹਦੇ ਨਾਲ ਹੱਲ ਨਹੀਂ ਹੋਣਾ, ਕਿਉਂਕਿ ਮੇਨ ਸਮੱਸਿਆ ਜਿਹੜੀ ਕਿਸਾਨ ਦੀ ਹੈ, ਕਿਉਂ ਉਹਨੂੰ ਕਰਜ਼ ਲੈਣ ਦੀ ਜ਼ਰੂਰਤ ਪੈਂਦੀ ਹੈ।
ਉਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਗਈ। I agree with that. I agree with that. I think that protects also people hopefully will not commit suicide anymore. Because one thing they have protected is that their land cannot be auctioned. ਆਮ ਆਦਮੀ ਪਾਰਟੀ ਦੀ ਦਲੀਲ ਹੈ ਕਿ ਖੇਤੀਬਾੜੀ ਘਾਟੇ 'ਚ ਹੈ, ਸਿਰਫ ਐਲਾਨ ਕਰਨ ਨਾਲ ਕੁਝ ਨਹੀਂ ਹੋਵੇਗਾ, ਲੋੜ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਹੈ। तो घोषणाएं करने से कुछ नहीं होने वाला है। जमीन पे इस सरकार ने किसानों को निराश किया है और आज पूरे पंजाब के किसान में जबरदस्त गुस्सा और आक्रोश है बादल की सरकार को लेकर। ਕਰਜ਼ੇ ਦੇ ਜਾਲ 'ਚ ਫਸੀ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਦੀ ਬਾਹ ਫੜਦਿਆਂ ਸਰਕਾਰ ਨੇ ਪੰਜਾਬ ਖੇਤੀਬਾੜੀ ਕਰਜ਼ ਨਿਬੇੜਾ ਬਿੱਲ ਤਾਂ ਪਾਸ ਕਰ ਦਿੱਤਾ ਹੈ, ਪਰ ਸਵਾਲ ਇਹ ਵੀ ਹੈ ਕਿ ਬਿੱਲ ਅਸਲ 'ਚ ਕਰਜ਼ੇ 'ਚ ਡੁੱਬੀ ਪੰਜਾਬ ਦੀ ਕਿਸਾਨੀ ਦੇ ਮਸਲੇ ਦਾ ਨਿਬੇੜਾ ਕਰ ਸਕੇਗਾ। ਚੰਡੀਗੜ੍ਹ ਤੋਂ ਜਗਤਾਰ ਪੁਲਰ ਦੇ ਨਾਲ ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਇੱਕ ਪਾਸੇ ਕਿਸਾਨਾਂ ਦੇ ਕਰਜ਼ਿਆਂ ਸੰਬੰਧੀ ਬਿੱਲ ਵਿਧਾਨ ਸਭਾ 'ਚ ਪਾਸ ਹੋਇਆ, ਦੂਜੇ ਪਾਸੇ ਕਿਸਾਨਾਂ ਦੀ ਖੁਦਕੁਸ਼ੀ ਨਾਲ ਜੁੜੀ ਜਨਤਕ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਉਸ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰ ਤੋਂ ਜਵਾਬ ਮੰਗਿਆ ਕਿ ਆਖਿਰ ਕਿਉਂ ਘਾਟੇ ਵਿੱਚ ਜਾ ਰਹੀ ਹੈ ਕਿਸਾਨੀ। ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਸਲੇ ਤੇ ਜਵਾਬ ਦੇਣਾ ਹੋਵੇਗਾ। ਹਾਈ ਕੋਰਟ 'ਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਸਾਲ 2000 ਤੋਂ 2008 ਤੱਕ ਤਕਰੀਬਨ 10,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ, ਜਿਸ ਦੀ ਵਜ੍ਹਾ ਪੀਕ ਸੀਜ਼ਨ ਵਿੱਚ ਫਸਲ ਦਾ ਸਹੀ ਮੁੱਲ ਨਾ ਮਿਲਣਾ ਹੈ। ਪਟੀਸ਼ਨਕਰਤਾ ਦੀ ਦਲੀਲ ਹੈ ਕਿ ਕਿਸਾਨਾਂ ਤੋਂ ਸਸਤੇ ਭਾਅ ਤੇ ਖਰੀਦੀ ਫਸਲ ਨੂੰ ਬਾਅਦ ਵਿੱਚ ਉੱਚੇ ਭਾਅ ਤੇ ਵੇਚਿਆ ਜਾਂਦਾ ਹੈ, ਜਦਕਿ ਕਿਸਾਨ ਨੂੰ ਲਗਾਤਾਰ ਘਾਟਾ ਝੱਲਣਾ ਪੈਂਦਾ ਹੈ। ਇਸ ਪਟੀਸ਼ਨ ਤੇ ਨੋਟਿਸ ਲੈ ਕੇ ਹਾਈ ਕੋਰਟ ਨੇ ਕੇਂਦਰ ਤੋਂ ਵੀ ਜਵਾਬ ਤਲਬ ਕੀਤਾ ਹੈ। ਮੇਨਲੀ ਸਾਡੀ ਪ੍ਰੇਅਰ ਹਾਈ ਕੋਰਟ 'ਚ ਹੈਗੀ ਹੈ ਵੀ ਇਹ ਜੋ ਮਾਰਜਨ ਹੈਗਾ ਰੇਟ ਦਾ ਇਹ ਜ਼ਿਮੀਂਦਾਰਾਂ ਨੂੰ ਵਾਪਸ ਕੀਤਾ ਜਾਵੇ, ਨੰਬਰ 1। ਨੰਬਰ 2 ਇਹ 'ਤੇ ਡਿਟੇਲਡ ਇਨਕੁਆਇਰੀ ਕਰਵਾਈ ਜਾਵੇ ਤਾਂ ਕਿ ਇਨ ਫਿਊਚਰ ਇਹੋ ਜਿਹਾ ਕੁਝ ਹੋ ਨਾ ਸਕੇ। ਨੰਬਰ 3 ਮਿਨੀਮਮ ਸਪੋਰਟ ਪ੍ਰਾਈਸ ਲਈ ਕੋਈ ਯਾਰਡਸਟਿਕਸ ਫਿਕਸ ਕੀਤੇ ਜਾਣ। ਕਿਸਾਨ ਲਗਾਤਾਰ ਘਾਟੇ 'ਚ ਕਿਉਂ ਜਾ ਰਿਹਾ ਹੈ, ਇਸ ਦੀ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਗਈ ਹੈ। ਚੰਡੀਗੜ੍ਹ ਤੋਂ ਨੇਹਾ ਸਲਾਰੀਆ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ। ਅੱਗੇ ਵਧਦੀ ਐਸਵਾਈਐਲ ਦੇ ਮੁੱਦੇ ਤੇ ਛਿੜੀ ਸਿਆਸੀ ਜੰਗ ਦੇ ਵਿਚਕਾਰ ਕੇਂਦਰ ਸਰਕਾਰ ਵੱਲੋਂ ਗਠਿਤ ਟੀਮ ਨੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ, ਪਰ ਇਸ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਾਣੀਆਂ ਦੇ ਮੁੱਦੇ ਦੀਆਂ ਛੱਲਾਂ ਪੰਜਾਬ ਤੇ ਹਰਿਆਣਾ ਦੀ ਸਿਆਸਤ ਨੂੰ ਗਰਮਾ ਰਹੀਆਂ ਨੇ। ਸਿਆਸਤ ਦੀ ਇਸੇ ਗਰਮੀ 'ਚ ਕੇਂਦਰ ਸਰਕਾਰ ਵੱਲੋਂ ਗਠਿਤ ਟੀਮ ਐਸਵਾਈਐਲ ਨਹਿਰ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਟਿਆਲਾ ਪਹੁੰਚੀ ਤਾਂ ਕਿਸਾਨ ਕਾਲੀਆਂ ਝੰਡੀਆਂ ਹੱਥਾਂ 'ਚ ਫੜ ਰਾਜ ਖੜ ਗਏ। ਅਸਲ 'ਚ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ 'ਚ ਐਸਵਾਈਐਲ ਦੀ ਜ਼ਮੀਨ ਦੀ ਨੋਟੀਫਾਈ ਕਰਨ ਸੰਬੰਧੀ ਬਿੱਲ ਪਾਸ ਹੋਇਆ। ਹਾਲਾਂਕਿ ਰਾਜਪਾਲ ਦੀ ਮੋਹਰ ਇਸ ਬਿੱਲ ਤੇ ਬਾਕੀ ਸੀ, ਪਰ ਕਿਸਾਨਾਂ ਨੇ ਮੋਰਚਾ ਸੰਭਾਲਦੇ ਹੋਏ ਐਸਵਾਈਐਲ ਨੂੰ ਭਰਨਾ ਸ਼ੁਰੂ ਕਰ ਦਿੱਤਾ। ਬਕਾਇਦਾ ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਤੇ ਇੰਜ ਲੱਗਾ ਕਿਸਾਨ ਐਸਵਾਈਐਲ ਦਾ ਖੁਰਾ ਖੋਜ ਹੀ ਮਿਟਾ ਦੇਣਗੇ, ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ। ਪਰ ਇਸ ਦੌਰਾਨ ਕਿੰਨੀ ਨਹਿਰ ਭਰੀ ਗਈ, ਜ਼ਮੀਨੀ ਹਕੀਕਤ ਜਾਣਨ ਲਈ ਸੀਨੀਅਰ ਆਈਏਐਸ ਅਧਿਕਾਰੀ ਦੀ ਅਗਵਾਈ 'ਚ ਟੀਮ ਪਹੁੰਚੀ ਜੋ ਕੇਂਦਰ ਸਰਕਾਰ ਨੂੰ ਰਿਪੋਰਟ ਦੇਵੇਗੀ। ਐਸਵਾਈਐਲ ਦਾ ਜੋ ਡੈਮੇਜ ਹੋਇਆ ਉਹਦੇ ਵਾਸਤੇ ਆਏ ਨੇ। ਠੀਕ ਹੈ ਜੀ, ਇਹ ਚੈੱਕ ਕਰ ਰਹੇ ਨੇ ਵੀ ਕਿੱਥੇ ਕਿੱਥੇ ਕੀ ਕੁਝ ਹੋਇਆ ਤੇ ਉਸ ਤੋਂ ਬਾਅਦ ਰਿਪੋਰਟ ਪੇਸ਼ ਕਰਾਂਗੇ। ਪਰ ਕਿਸਾਨਾਂ ਨੇ ਇਸ ਟੀਮ ਦੇ ਆਉਣ ਤੇ ਇੱਕ ਵਾਰ ਫਿਰ ਦਮ ਭਰਿਆ ਕਿ ਉਹ ਪੰਜਾਬ 'ਚੋਂ ਇੱਕ ਵੀ ਬੂੰਦ ਪਾਣੀ ਦੀ ਬਾਹਰ ਨਹੀਂ ਜਾਣ ਦੇਣਗੇ ਤੇ ਕਾਲੀਆਂ ਚੰਨੀਆਂ ਫੜ ਕੇ ਡਟ ਗਏ। ਅਸੀਂ ਲੜਾਈ ਸੰਘਰਸ਼ ਲੜਾਂਗੇ, ਅਸੀਂ ਪਾਣੀ ਦੀ ਬੂੰਦ ਨਹੀਂ ਜਾਣ ਦਿੰਦੇ ਹੈਗੇ, ਇੱਕ ਮੁੱਠ ਹੋ ਕੇ ਪੂਰੀ ਲੜਾਈ ਲੜਾਂਗੇ ਅਸੀਂ। ਐਸਵਾਈਐਲ ਚੱਲਣੀ ਚਾਹੀਦੀ ਹੈ ਜੀ ਹਰ ਹਾਲਤ ਦੇ ਵਿੱਚ, ਪੰਜਾਬ ਦੇ ਵਿੱਚ ਚੱਲਣੀ ਚਾਹੀਦੀ ਹੈ, ਇਹਦਾ ਪਾਣੀ ਬਾਹਰ ਨਹੀਂ ਜਾਣਾ ਚਾਹੀਦਾ। ਹਰਿਆਣੇ 'ਚ ਪਾਣੀ ਨਹੀਂ ਜਾਣਾ ਚਾਹੀਦਾ ਜੀ, ਕਿਉਂਕਿ ਸਾਡਾ ਪੰਜਾਬ ਦੇ ਕੋਲ ਬੋਰ ਬਹੁਤ ਡੂੰਘੇ ਆ ਜੀ। ਪਾਣੀਆਂ ਦੇ ਮੁੱਦੇ ਤੇ ਸਿਆਸਤ ਵੀ ਦਿਨ ਪ੍ਰਤੀ ਦਿਨ ਜ਼ੋਰ ਫੜ ਰਹੀ ਹੈ ਤੇ ਕਿਸਾਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਨੇ, ਪਰ ਮਾਮਲੇ ਦਾ ਨਿਬੇੜਾ ਤਾਂ ਸੁਪਰੀਮ ਕੋਰਟ 'ਚ ਹੋਵੇਗਾ। ਅਵਤਾਰ ਗਿੱਲ, ਜ਼ੀ ਮੀਡੀਆ, ਪਟਿਆਲਾ। ਪੰਜਾਬ ਦੇ ਪੱਖ ਦੇ ਐਸਵਾਈਐਲ ਦੇ ਮੁੱਦੇ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਜ਼ਮੀਨ ਵਾਪਸ ਕਰਨ ਦੇ ਐਲਾਨ ਤੋਂ ਬਾਅਦ ਹੁਣ ਮਾਲਵੇ ਦੇ ਜ਼ਿਲ੍ਹਾ ਮਾਨਸਾ ਦੇ ਕਿਸਾਨ ਵੀ ਸਰਕਾਰ ਤੋਂ ਆਪਣੀ ਫਸੀ ਜ਼ਮੀਨ ਮੋੜ ਤੋਂ ਵਾਪਸ ਮੰਗ ਰਹੇ ਨੇ। ਮਾਨਸਾ ਦੇ ਪਿੰਡ ਗੋਬਿੰਦਪੁਰਾ 'ਚ ਖਾਲੀ ਪਈ ਇਸ ਜ਼ਮੀਨ ਤੇ ਕਿਸੇ ਵੇਲੇ ਹਰੀ ਭਰੀ ਫਸਲ ਲਹਿਲਹਾਉਂਦੀ ਸੀ ਤੇ ਸੈਂਕੜੇ ਲੋਕਾਂ ਦਾ ਢਿੱਡ ਭਰਨ ਦੇ ਕੰਮ ਆਉਂਦੀ ਸੀ, ਪਰ ਪਿਛਲੇ 5 ਸਾਲਾਂ ਤੋਂ ਇਹ ਬਿਲਕੁਲ ਵੀਰਾਨ ਪਈ ਹੈ। ਦਰਅਸਲ ਪੰਜਾਬ ਸਰਕਾਰ ਨੇ ਸਾਲ 2011 ਵਿੱਚ ਇੱਥੇ ਥਰਮਲ ਪਲਾਂਟ ਲਾਉਣ ਲਈ ਕਿਸਾਨਾਂ ਦੀ 882 ਏਕੜ ਜ਼ਮੀਨ ਐਕਵਾਇਰ ਕੀਤੀ ਸੀ, ਪਰ 5 ਸਾਲ ਬੀਤ ਜਾਣ ਤੇ ਵੀ ਨਾ ਤਾਂ ਸਰਕਾਰੀ ਐਲਾਨ ਮੁਤਾਬਕ ਕਿਸਾਨਾਂ ਨੂੰ ਜ਼ਮੀਨ ਦਾ ਮੁੱਲ ਤਾਰਿਆ ਗਿਆ ਤੇ ਨਾ ਹੀ ਅੱਜ ਤੱਕ ਇੱਥੇ ਕੋਈ ਥਰਮਲ ਪਲਾਂਟ ਬਣਿਆ।
ਸਾਲ ਪਹਿਲਾਂ ਜ਼ਮੀਨ ਲੈਤੀ ਇਹਨਾਂ ਨੇ, ਉਦੋਂ ਸਾਰੇ ਕਿਸਾਨਾਂ ਨੂੰ ਇਹ ਕਹਿ ਕੇ ਜ਼ਮੀਨ ਲੈਤੀ ਕਿ ਤੁਹਾਨੂੰ ਨਾਲੇ ਮੁਆਵਜ਼ਾ ਦਿੱਤਾ ਜਾਊਗਾ ਤੇ ਨਾਲੇ ਸਰਕਾਰੀ ਨੌਕਰੀ ਦਿੱਤੀ ਜਾਊਗੀ, ਤੇ ਇਹਨਾਂ ਨੇ ਨਾ ਤਾਂ ਹੀ ਸਾਨੂੰ ਸਰਕਾਰੀ ਨੌਕਰੀ ਦਿੱਤੀ ਤੇ ਨਾ ਹੀ ਕੋਈ ਪੂਰਾ ਮੁਆਵਜ਼ਾ ਦਿੱਤਾ। ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀਆਂ ਨੌਕਰੀਆਂ ਵੀ ਫਰਜ਼ੀ ਲੋਕ ਹੀ ਲੈ ਗਏ ਨੇ ਤੇ ਹੁਣ ਨਾ ਤਾਂ ਉਹਨਾਂ ਕੋਲ ਜ਼ਮੀਨ ਹੈ ਤੇ ਨਾ ਹੀ ਨੌਕਰੀ, ਤੇ ਉਹ ਆਪ ਦਿਹਾੜੀ ਕਰਨ ਨੂੰ ਮਜਬੂਰ ਨੇ। ਇੱਥੇ ਨੌਕਰੀਆਂ ਬਾਰੇ ਵੀ ਜਿਹੜਾ ਨੌਕਰੀਆਂ ਇਹਨਾਂ ਦੇ ਚਹੇਤਿਆਂ ਨੂੰ ਵੀ ਮਿਲੀਆਂ ਨੇ, ਜੋ ਸਾਡੇ ਪਿੰਡ ਦੇ ਸੀ ਨੌਜਵਾਨ ਉਹ ਰਹਿੰਦੇ ਨੇ, ਆ ਤੁਹਾਡੇ ਕੋਲ ਹੀ ਖੜੇ ਨੇ, ਤੋ ਜਿਹੜੇ ਇਹਨਾਂ ਦੇ ਆਪ ਦੇ ਚਹੇਤੇ ਸੀ ਉਹਨਾਂ ਨੂੰ ਨੌਕਰੀਆਂ ਦਵਾਤੀਆਂ। ਇਹ ਅੱਜ ਤੋਂ 5 ਸਾਲ ਪਹਿਲਾਂ ਇੱਥੇ ਪੁਲਿਸ ਦਾ ਲਾ ਕੇ ਜਬਰੀ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਗਈਆਂ ਨੇਗੀਆਂ, ਲੇਕਿਨ ਉਹ ਸਾਰੇ ਕਿਸਾਨ ਬੇਜ਼ਮੀਨੇ ਹੋ ਚੁੱਕੇ ਨੇ, ਬਹੁਤ ਸਾਰੇ ਦਿਹਾੜੀਆਂ ਤੇ ਜਾਈ ਜਾਂਦੇ ਨੇ। ਇਸ ਮਾਮਲੇ ਸੰਬੰਧੀ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਵੀ ਮੰਨਿਆ ਕਿ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੇ ਮਾਮਲੇ 'ਚ ਘਪਲਾ ਹੋਇਆ, ਜਿਸ ਦੀ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਉਹ ਸਾਰੇ ਕੇਸ ਸਰਕਾਰ ਦੇ ਧਿਆਨ 'ਚ ਆ ਗਏ ਨੇ, ਕਿਉਂਕਿ ਇਹ ਸਾਰੇ ਕੇਸਿਸ ਹਾਈ ਕੋਰਟ 'ਚ ਵੀ ਗਏ ਔਰ ਉਸ ਤੋਂ ਬਾਅਦ ਸਰਕਾਰ ਕੋਲ ਵੀ ਇਹ ਪਾਲਿਸੀ ਲਈ ਗਏ। ਉਹਨਾਂ ਦੇ ਵਿਰੁੱਧ ਜਿਹੜੀ ਅਨੁਸ਼ਾਸਨੀ ਕਾਰਵਾਈ ਆਲਰੇਡੀ ਆਰੰਭੀ ਜਾ ਚੁੱਕੀ ਹੈ ਤੇ ਪਰਸਨਲ ਡਿਪਾਰਟਮੈਂਟ ਆਲਰੇਡੀ ਉਸ 'ਚ ਪ੍ਰੋਸੀਡ ਕਰ ਰਿਹਾ ਹੈਗਾ ਤੇ ਉਹ ਆਲਰੇਡੀ ਕੇਸ ਵਿਚਾਰ ਅਧੀਨ ਹਨ। ਅੰਨਦਾਤਾ ਨਾਲ ਨਾ ਇਨਸਾਫੀ ਕੋਈ ਨਵੀਂ ਗੱਲ ਨਹੀਂ ਹੈ, ਕਦੇ ਕੁਦਰਤ ਦਾ ਕਹਿਰ ਤੇ ਕਦੇ ਸਰਕਾਰਾਂ ਦੀ ਬੇਰੁਖੀ। ਪਰ ਇੱਥੇ ਸਵਾਲ ਇਹ ਹੈ ਕਿ SYL ਵਾਂਗ ਵਿਹਲੀ ਪਈ ਇਸ ਜ਼ਮੀਨ ਨੂੰ ਕਿਸਾਨਾਂ ਨੂੰ ਮੋੜਨ ਵਿੱਚ ਕੀ ਸਰਕਾਰ ਕੋਈ ਦਿਲਚਸਪੀ ਦਿਖਾਏਗੀ? ਬਲਦੇਵ ਸ਼ਰਮਾ, ਜ਼ੀ ਮੀਡੀਆ, ਮਾਨਸਾ। ਅੱਗੇ ਵਧਦੇ ਅੱਜ ਹੋਲਾ ਮਹੱਲਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਹਾਲਾਂਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਸੰਗਤ ਦੇਸ਼ ਵਿਦੇਸ਼ ਤੋਂ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ। ਸਿੱਖ ਕੌਮ ਦੇ ਇਸ ਉਤਸ਼ਾਹ ਭਰੇ ਦਿਹਾੜੇ ਮੌਕੇ 24 ਮਾਰਚ ਤੱਕ ਖਾਲਸੇ ਦੀ ਜਨਮ ਭੂਮੀ ਖਾਸ ਜਾਹੋ ਜਲਾਲ ਨਾਲ ਰੰਗੀ ਰਹੇਗੀ। ਖਾਲਸੇ ਦੀ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਮੌਕੇ ਤੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਖਾਲਸਾਈ ਰੰਗ 'ਚ ਰੰਗੀ ਹੋਈ ਹੈ ਅਤੇ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਤੁਹਾਨੂੰ ਹਰ ਰੰਗ ਨਾਲ ਵਾਕਿਫ ਕਰਾ ਰਿਹਾ ਹੈ। ਹੋਲਾ ਮਹੱਲਾ ਦੀ ਰਸਮੀ ਸ਼ੁਰੂਆਤ ਮੌਕੇ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਖਾਲਸੇ ਦਾ ਰੂਪ ਅਸੀਂ ਨਾ ਪੰਜ ਪਿਆਰਿਆਂ ਦੇ ਸਰੂਪ ਵਜੋਂ ਦੇਖ ਰਹੇ ਹਾਂ ਤੇ ਨਾਲ ਪਿੱਛੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜਿਹੜਾ ਇਸ ਨਗਰ ਕੀਰਤਨ ਦੀ ਅਗਵਾਈ ਕਰ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਪਿੱਛੇ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਆ ਰਹੀਆਂ ਨੇ, ਗੁਰੂ ਸਾਹਿਬ ਦੇ ਜਸ ਗਾਉਂਦੀਆਂ ਹੋਈਆਂ। ਲੱਖਾਂ ਦੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਨੇ ਅਤੇ ਉਹਨਾਂ ਦੇ ਲਈ ਲੰਗਰ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ। ਗਰਮ ਜਲੇਬ, ਇਹ ਜਲੇਬ ਤੁਹਾਨੂੰ ਹੋਲਾ ਮਹੱਲਾ ਤੇ ਹੀ ਮਿਲ ਸਕਦੇ ਨੇ, ਨਾਲ ਦੇ ਨਾਲ ਬਦਾਨਾ ਤੇ ਸੇਵੀਆਂ, ਤੇ ਇਸ ਦੇ ਨਾਲ ਤੁਹਾਨੂੰ ਨਜ਼ਰ ਆਣਗੇ ਗੁਰੂ ਕੇ ਸੇਵਕ ਸੇਵਾ ਕਰਦੇ ਹੋਏ। ਦੂਰ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਹੋਈਆਂ, ਇੱਥੇ ਵੀਰ ਸੇਵਾ ਕਰਦੇ ਹੋਏ, ਹਰ ਉਮਰ ਦੇ ਹਰ ਵਰਗ ਦੇ ਲੋਕ ਇਕੱਠੇ ਬਹਿ ਕੇ ਲੰਗਰ ਬਣਾਉਣ ਦੀ ਸੇਵਾ ਕਰ ਰਹੇ ਨੇ। ਖਾਲਸੇ ਦੀ ਧਰਤੀ ਤੇ ਰੂਹਾਨੀਅਤ ਦੇ ਰੰਗਾਂ ਦੇ ਨਾਲ-ਨਾਲ ਮੇਲੇ ਦੇ ਰੰਗ ਵੀ ਉੱਭਰ ਕੇ ਸਾਹਮਣੇ ਆ ਰਹੇ ਨੇ। ਇਸ ਦੇ ਨਾਲ ਬਾਜ਼ਾਰਾਂ ਦੀਆਂ ਰੌਣਕਾਂ ਵੀ ਜਿੱਥੇ ਸਜਾਵਟ ਦੀਆਂ ਵੱਖੋ ਵੱਖਰੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਨੇ। ਸ਼ਸਤਰ ਜਿਹੜੇ ਸਿੱਖ ਦਾ ਆਨ ਬਾਨ ਸ਼ਾਨ ਦਾ ਹਿੱਸਾ ਨੇ, ਉਹਨਾਂ ਨੂੰ ਵੀ ਧਿਆਨ ਰੱਖਦੇ ਹੋਏ ਬਾਜ਼ਾਰਾਂ ਵਿੱਚ ਇਹਨਾਂ ਸ਼ਸਤਰਾਂ ਨੂੰ ਸਜਾਇਆ ਗਿਆ ਹੈ। ਸੋ ਕੁੱਲ ਮਿਲਾ ਕੇ ਸਿੱਖ ਕੌਮ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਸਿੱਖ ਸੱਭਿਆਚਾਰ ਦੀ ਬਾਖੂਬੀ ਝਲਕ ਪੇਸ਼ ਕਰ ਰਿਹਾ ਹੈ ਅਤੇ ਸੰਗਤਾਂ ਦੀ ਸ਼ਰਧਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੇਖਦੇ ਬਣਦੀ ਹੈ। ਜਸਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ, ਜ਼ੀ ਮੀਡੀਆ, ਸ਼੍ਰੀ ਆਨੰਦਪੁਰ ਸਾਹਿਬ। ਸੋ ਇਸੇ ਦੇ ਨਾਲ ਪੰਜਾਬ@9 'ਚ ਅੱਜ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਜ਼ੀ ਪੰਜਾਬ, ਹਰਿਆਣਾ, ਹਿਮਾਚਲ।